Hello students, I hope you are all very well. In this video we will discuss position time graph and displacement time graph for uniform motion. First of all we will talk about uniform motion. What is uniform motion? Uniform motion is if a body cover equal distance in equal interval of time. Suppose that along this axis time axis and along vertical axis position axis. We have two axes, along horizontal axis time axis and along vertical axis is position axis. Let us suppose at this time position of the object is this. At this time position of the object is this. These intervals are equal. Also these intervals are equal. So when we draw graph after these points, we have this straight line. ਜਦੋਂ ਆਪਾਂ ਗ੍ਰਾਫ ਡਰਾ ਕਰਾਂਗੇ ਇਹ ਪੁਆਇੰਟ ਤੋਂ ਬਾਅਦ ਇਹ ਯੂਨੀਫਾਰਮ ਮੋਸ਼ਨ ਦਾ ਗ੍ਰਾਫ ਆ ਕਿ ਜਦੋਂ ਕੋਈ ਬਾਡੀ ਇਕੁਅਲ ਇੰਟਰਵਲ ਦੇ ਵਿੱਚ ਇਕੁਅਲ ਡਿਸਟੈਂਸ ਕਵਰ ਕਰੂਗੀ ਉਹਦਾ ਜਿਹੜਾ ਗ੍ਰਾਫ ਹੋਊਗਾ ਉਹ ਕੀ ਹੋਊਗਾ ਸਟ੍ਰੇਟ ਲਾਈਨ। ਇਹਦਾ ਮਤਲਬ ਆਪਣੇ ਕੋਲ ਪੋਜੀਸ਼ਨ ਟਾਈਮ ਗ੍ਰਾਫ ਆ ਜਿਹੜਾ ਯੂਨੀਫਾਰਮ ਮੋਸ਼ਨ ਦੇ ਲਈ ਉਹ ਕੀ ਹੋਊਗਾ ਇਸ ਤਰ੍ਹਾਂ ਆਪਣੇ ਕੋਲ ਇੱਕ ਸਟ੍ਰੇਟ ਲਾਈਨ ਬਣ ਜੂਗੀ। ਹੁਣ ਆਪਾਂ ਫਾਈਂਡ ਕਰਨਾ ਵਾ ਕਿ ਇਸ ਪੋਜੀਸ਼ਨ ਟਾਈਮ ਗ੍ਰਾਫ ਦਾ ਜਿਹੜਾ ਸਲੋਪ ਆ ਠੀਕ ਹੈ ਸਲੋਪ ਕੀ ਹੋਊਗਾ। ਸਲੋਪ ਜਿਹੜਾ ਹੁੰਦਾ ਵਾ ਸਲੋਪ ਇਕੁਅਲ ਹੁੰਦਾ slope equal to change in y axis over change in x axis। ठीक है अपने को ਜਿਹੜਾ ਸਲੋਪ ਹੁੰਦਾ y axis ਦੇ ਵਿੱਚ ਕਿੰਨੀ ਚੇਂਜ ਹੋਈ ਆ ਤੇ x axis ਦੇ ਵਿੱਚ ਕਿੰਨੀ ਚੇਂਜ ਹੋਈ ਆ ਠੀਕ ਹੈ ਉਸ ਨੂੰ ਆਪਾਂ ਕਹਿ ਦਿੰਦੇ ਆ ਸਲੋਪ। ਹੁਣ ਸਪੋਜ਼ ਕਰ ਲਓ ਆਪਾਂ ਕੋਈ ਵੀ ਟਾਈਮ ਦੀ ਵੈਲਿਊ ਕੰਸੀਡਰ ਕਰਦੇ ਆ ਆਪਾਂ ਮੰਨ ਲੈਂਦੇ ਆ ਇਸ ਟਾਈਮ ਦੇ ਉੱਤੇ t1 ਟਾਈਮ ਦੇ ਉੱਤੇ ਜਿਹੜੀ ਆਪਣੇ ਕੋਲ ਪੋਜੀਸ਼ਨ ਦੀ ਵੈਲਿਊ ਆ ਉਹ ਆਪਾਂ ਮੰਨ ਲੈਂਦੇ ਆ ਕਿੰਨੀ x1। ਆਪਾਂ ਸਪੋਜ਼ ਕਰ ਲਿਆ ਕੋਈ ਵੀ ਪੁਆਇੰਟ ਚੂਜ਼ ਕਰ ਲਿਆ ਕਿਸੇ ਵੀ ਟਾਈਮ ਦੇ ਉੱਤੇ ਆਪਾਂ t1 ਸਪੋਜ਼ ਕਰ ਲਿਆ ਉਸ t1 ਟਾਈਮ ਦੇ ਉੱਤੇ ਜਿਹੜੀ ਪੋਜੀਸ਼ਨ ਦੀ ਵੈਲਿਊ ਕਿੰਨੀ ਆ ਆਪਣੇ ਕੋਲ x1। ਹੁਣ ਨੈਕਸਟ ਆਪਾਂ ਸਪੋਜ਼ ਕਰਦੇ ਆ ਕਿ ਜਦੋਂ ਆਪਣੇ ਕੋਲ ਜਿਹੜਾ ਟਾਈਮ ਆ ਉਹ t2 ਹੋ ਗਿਆ ਆਪਾਂ ਸਪੋਜ਼ ਕਰ ਲਿਆ ਇਸ ਟਾਈਮ ਦੇ ਉੱਤੇ ਜਿਹੜੀ ਟਾਈਮ ਦੀ ਵੈਲਿਊ ਕਿੰਨੀ ਆ t2 ਉਸ ਦੇ ਉੱਤੇ ਜਿਹੜੀ ਆਪਣੇ ਕੋਲ ਪੋਜੀਸ਼ਨ ਦੀ ਵੈਲਿਊ ਹੋਊਗੀ ਉਹ ਕਿੰਨੀ ਹੋਊਗੀ x2 ਠੀਕ ਆ। ਆਪਾਂ ਦੋ ਟਾਈਮ ਕੰਸੀਡਰ ਕਰ ਲਏ ਦੋਵਾਂ ਦੇ ਉੱਤੇ ਡਿਫਰੈਂਟ ਪੋਜੀਸ਼ਨ ਹੋਊਗੀ t1 ਟਾਈਮ ਦੇ ਉੱਤੇ ਕਿੰਨੀ ਆ ਪੋਜੀਸ਼ਨ x1 t2 ਟਾਈਮ ਦੇ ਉੱਤੇ ਕਿੰਨੀ ਆ ਪੋਜੀਸ਼ਨ ਆਪਣੇ ਕੋਲ x2। ਇਸ ਨੂੰ ਆਪਾਂ ਪੁਆਇੰਟ A ਕਹਤਾ ਇਸ ਪੁਆਇੰਟ ਨੂੰ ਆਪਾਂ B ਪੁਆਇੰਟ ਦਾ ਨਾਮ ਦੇਤਾ। ਇਹਨਾਂ ਨੂੰ ਮੈਚ ਕਰ ਦੋ ਆ ਜਿਹੜਾ ਪੁਆਇੰਟ ਹੋਊਗਾ ਆਪਣੇ ਕੋਲ ਕੀ ਆ C ਪੁਆਇੰਟ ਆ ਗਿਆ। ਹੁਣ ਆਪਾਂ ਨੂੰ ਪਤਾ ਜਿਹੜੀ ਵੈਲੋਸਿਟੀ ਆ ਵੈਲੋਸਿਟੀ ਕੀ ਹੁੰਦੀ ਆ ਵੈਲੋਸਿਟੀ ਇਕੁਅਲ ਟੂ ਚੇਂਜ ਇਨ ਪੋਜੀਸ਼ਨ ਓਵਰ ਟਾਈਮ ਟੇਕਨ ਜਾਂ ਚੇਂਜ ਇਨ ਟਾਈਮ। ਚੇਂਜ ਇਨ ਪੋਜੀਸ਼ਨ ਦੇਖੋ ਕੀ ਆ ਫਾਈਨਲ ਮਾਈਨਸ ਇਨੀਸ਼ੀਅਲ ਪੋਜੀਸ਼ਨ। फाइनल पोजीशन की अपने को x2 इनिशियल कितनी है x1 चेंज इन पोजीशन आ गई फाइनल माइनस इनिशियल पोजीशन चेंज इन टाइम फाइनल माइनस इनिशियल टाइम t2 माइनस t1 ठीक है ये अपने को की वैल्यू आ गई चेंज इन वेलोसिटी की वैल्यू आ गई चेंज इन पोजीशन ओवर चेंज इन टाइम। और देखो x2 माइनस x1 कितना अपने को आ सारी वैल्यू है ਜਿਹੜੀ ਆਪਣੇ ਕੋਲ ਕਿੰਨੀ ਆ x2 x1 ਜਿਹੜਾ BC ਹੈ ਆਪਣੇ ਕੋਲ ਕਿੰਨਾ ਵਾ x2 x1 ਤੇ ਦੇਖੋ t2 t1 ਕਿੰਨਾ ਵਾ ਆਪਣੇ ਕੋਲ AC BC AC ਆ ਗਿਆ x2 ਦੇ ਵਿੱਚੋਂ ਆਪਾਂ x1 ਮਾਈਨਸ ਕਰਾਂਗੇ ਕਿੰਨਾ ਆ ਗਿਆ BC ਤੇ ਜੇ ਆਪਾਂ t2 ਦੇ ਵਿੱਚੋਂ t1 ਮਾਈਨਸ ਕਰਤਾ ਆਪਣੇ ਕੋਲ ਕੀ ਬਚ ਗਿਆ AC। ਹੁਣ ਦੇਖੋ ਕੀ ਆ चेंज इन y एक्सिस अब y एक्सिस ਦੇ ਲੌਂਗ ਚੇਂਜ ਹੋ ਗਈ ਤੇ AC ਕੀ ਆ x एक्सिस ਦੇ ਲੌਂਗ ਚੇਂਜ ਠੀਕ ਹੈ। ਇਸ ਨੂੰ ਆਪਾਂ ਕੀ ਕਹਿ ਦਿੰਦੇ ਆ slope of
पोजीशन टाइम ग्राफ ਇਹਦਾ ਮਤਲਬ ਜਿਹੜਾ ਪੋਜੀਸ਼ਨ ਟਾਈਮ ਗ੍ਰਾਫ ਦਾ ਸਲੋਪ ਹੁੰਦਾ ਵਾ ਉਹ ਆਪਣੇ ਕੋਲ ਇਕੁਅਲ ਹੁੰਦਾ ਵਾ ਵੈਲੋਸਿਟੀ ਦੇ। ਆਵਰ ਨੈਕਸਟ ਟੌਪਿਕ ਇਜ਼ ਵੈਲੋਸਿਟੀ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ। ਆਪਾਂ ਹੁਣੇ ਡਿਸਕਸ ਕੀਤਾ ਸੀ ਯੂਨੀਫਾਰਮ ਮੋਸ਼ਨ ਕੀ ਸੀਗਾ, ਜਦੋਂ ਕੋਈ ਬਾਡੀ ਇਕੁਅਲ ਟਾਈਮ ਇੰਟਰਵਲ ਦੇ ਵਿੱਚ ਇਕੁਅਲ ਡਿਸਪਲੇਸਮੈਂਟ ਕਵਰ ਕਰਦੀ ਹੈ। ਹੁਣ ਦੇਖੋ ਹਰੇਕ ਵਾਰ ਜਦੋਂ ਟਾਈਮ ਤੇ ਡਿਸਪਲੇਸਮੈਂਟ ਸੇਮ ਹੋਊਗੀ ਆਪਣੇ ਕੋਲ ਵੈਲੋਸਿਟੀ ਕੀ ਹੋਊਗੀ, ਕਾਂਸਟੈਂਟ ਆ ਗਈ, ਕਿਉਂਕਿ ਵੈਲੋਸਿਟੀ ਕੀ ਹੁੰਦੀ ਹੈ ਡਿਸਪਲੇਸਮੈਂਟ ਓਵਰ ਟਾਈਮ। ਜਦੋਂ ਵੈਲੋਸਿਟੀ ਕੀ ਹੋਊਗੀ ਕਾਂਸਟੈਂਟ ਹੋਊਗੀ ਉਸ ਵੇਲੇ, ਕਿਉਂਕਿ ਵੈਲੋਸਿਟੀ ਕੀ ਹੁੰਦੀ ਹੈ ਡਿਸਪਲੇਸਮੈਂਟ ਓਵਰ ਟਾਈਮ। ਜਦੋਂ ਹਰੇਕ ਇਕੁਅਲ ਟਾਈਮ ਦੇ ਵਿੱਚ ਇਕੁਅਲ ਡਿਸਪਲੇਸਮੈਂਟ ਹੋਊਗੀ ਉਹ ਆਬਵੀਅਸ ਆ ਕਿ ਵੈਲੋਸਿਟੀ ਕੀ ਹੋਊਗੀ ਕਾਂਸਟੈਂਟ ਹੋਊਗੀ ਹਰ ਵਾਰ। ਇਹਦਾ ਮਤਲਬ ਜਦੋਂ ਆਪਾਂ ਵੈਲੋਸਿਟੀ ਤੇ ਟਾਈਮ ਦਾ ਗ੍ਰਾਫ ਪਲਾਟ ਕਰਾਂਗੇ अलग-अलग टाइम डिफरेंट टाइम इंटरवल ਦੇ ਇਕੁਅਲ ਜਿਹੜੀ ਵੈਲੋਸਿਟੀ ਦੀ ਵੈਲਿਊ ਆਪਣੇ ਕੋਲ ਕੀ ਹੋਊਗੀ, ਸਪੋਜ਼ ਕਰ ਲਓ ਇਸ ਸਾਈਡ ਵੈਲੋਸਿਟੀ ਆ, ਇਸ ਸਾਈਡ ਆਪਣੇ ਕੋਲ ਕੀ ਆ ਟਾਈਮ ਇੰਟਰਵਲ। ਹੁਣ ਡਿਫਰੈਂਟ ਟਾਈਮ ਦੇ ਉੱਤੇ ਆਪਣੇ ਕੋਲ ਕੀ ਹੋਊਗਾ, ਜਿਹੜੀ ਵੈਲੋਸਿਟੀ ਦੀ ਵੈਲਿਊ ਆ ਉਹ ਕੀ ਹੋਊਗੀ ਸੇਮ ਹੋਊਗੀ। ਇਸ ਲਈ ਆਪਣੇ ਕੋਲ ਜਿਹੜਾ ਗ੍ਰਾਫ ਆ ਇਸ ਤਰ੍ਹਾਂ ਦਾ ਸਟ੍ਰੇਟ ਲਾਈਨ ਬਣੂਗੀ, ਟਾਈਮ ਐਕਸਿਸ ਦੇ ਪੈਰਲਲ ਬਣੂਗਾ ਆਪਣੇ ਕੋਲ ਗ੍ਰਾਫ। ਇਹ ਕਿਹਦੇ ਲਈ ਆ ਵੈਲੋਸਿਟੀ ਟਾਈਮ ਗ੍ਰਾਫ ਫॉर ਯੂਨੀਫਾਰਮ ਮੋਸ਼ਨ। ਹੁਣ ਆਪਾਂ ਕੈਲਕੂਲੇਟ ਕਰਨਾ ਸ਼ੋ ਕਰਨਾ ਕਿ ਆਹ ਵਾਲਾ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਆ ਇਹਦੇ ਅੰਡਰ ਜਿੰਨਾ ਵੀ ਏਰੀਆ ਆਊਗਾ ਉਹ ਏਰੀਆ ਰਿਪਰੈਜ਼ੈਂਟ ਕਰਦਾ ਵਾ ਡਿਸਪਲੇਸਮੈਂਟ ਨੂੰ। ਉਸੇ ਤਰ੍ਹਾਂ ਆਪਾਂ ਫੇਰ ਸਪੋਜ਼ ਕਰਾਂਗੇ, ਆਪਾਂ ਸਪੋਜ਼ ਕਰ ਲੈਨੇ ਆ ਇਸ t1 ਟਾਈਮ ਦੇ ਉੱਪਰ ਜਿਹੜੀ ਵੈਲੋਸਿਟੀ ਆਪਣੇ ਕੋਲ ਉਹਦਾ ਦੇਖੋ ਕਾਂਸਟੈਂਟ ਹੀ, ਜਿਹੜਾ ਟਾਈਮ ਮਰਜ਼ੀ ਕੰਸੀਡਰ ਕਰ ਲਓ ਵੈਲੋਸਿਟੀ ਜਿਹੜੀ ਉਹ ਕੀ ਆਪਣੇ ਕੋਲ ਕਾਂਸਟੈਂਟ ਹੀ ਰਹਿਣੀ ਹੈ। ਇਸ ਪੁਆਇੰਟ ਨੂੰ ਆਪਾਂ A ਕਹਤਾ, ਆਹ ਪੁਆਇੰਟ ਨੂੰ ਆਪਾਂ B ਦਾ ਨਾਮ ਦੇਤਾ। ਉਸ ਤੋਂ ਬਾਅਦ ਆਪਾਂ ਨੈਕਸਟ ਟਾਈਮ ਦੀ ਜਿਹੜੀ ਵੈਲਿਊ ਆ t2 ਕੰਸੀਡਰ ਕਰ ਲਈ। ਇਸ ਪੁਆਇੰਟ ਦੇ ਉੱਤੇ ਆਪਾਂ ਸਪੋਜ਼ ਕਰ ਲਿਆ ਇਸ t2 ਦੇ ਉੱਤੇ ਜਿਹੜੀ ਵੈਲਿਊ ਹੋਊਗੀ ਉਹ ਕਿੰਨੀ ਆ, ਵੈਲੋਸਿਟੀ ਤਾਂ ਕਾਂਸਟੈਂਟ ਹੀ ਰਹਿਣੀ ਆ। ਇਸ ਪੁਆਇੰਟ ਨੂੰ ਆਪਾਂ C ਦਾ ਨਾਮ ਦੇਤਾ ਤੇ ਆਹ ਵਾਲਾ ਜਿਹੜਾ ਪੁਆਇੰਟ ਆ ਉਹ ਕੀ ਹੋਊਗਾ D। ਆਪਾਂ ਸ਼ੋ ਕਰਨਾ ਕਿ ਆਹ ਵਾਲਾ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਆ ਇਸ ਦੇ ਅੰਡਰ ਆਹ ਵਾਲਾ ਜਿੰਨਾ ਵੀ ਏਰੀਆ ਹੁੰਦਾ ਪਿਆ, ਆਹ ਵਾਲਾ ਜਿਹੜਾ ਏਰੀਆ ਵਾ ਉਹ ਏਰੀਆ ਰਿਪਰੈਜ਼ੈਂਟ ਕਰਦਾ ਪਿਆ ਡਿਸਪਲੇਸਮੈਂਟ ਨੂੰ। ਹੁਣ ਦੇਖੋ A to B, A B ਕਿੰਨਾ ਆਪਣੇ ਕੋਲ along y axis ਕੀ ਆਪਣੇ ਕੋਲ ਵੈਲੋਸਿਟੀ ਆ, ਵੈਲੋਸਿਟੀ ਕਾਂਸਟੈਂਟ ਆ। ਇਹਦਾ ਮਤਲਬ AB ਤੇ CD ਇਹ ਕੀ ਆਪਣੇ ਕੋਲ ਕਾਂਸਟੈਂਟ ਆ, ਕਿਹਦੇ ਇਕੁਅਲ ਆ AB equal to CD equal to velocity। क्लियर हो गया। देखो A to B C to D y एक्सिस along velocity या velocity कांस्टेंट है, इस करके इतना दोवां दी वैल्यू की होगी सेम होगी। उस तो बाद देखो AC कितना होगा T2 दे विचों T1 की कर दांगे आपां माइनस कर दांगे, क्योंकि आपां नूं AC चाहिदा वा। AC दी वैल्यू कितनी आ जाऊगी AC इक्वल होगा, देखो जिन्नी आ वाली वैल्यू है उन्नी ही BD होगी। AC इक्वल टू BD कितना देखो T2 माइनस आ वाली वैल्यू अपन नहीं चाहिए कितनी है T1 और माइनस कर दो T2 माइनस T1 हो गया क्लियर। हम आप शो की करना कि इस ग्राफ के अंडर जिन्ना भी एरिया होता वो रिप्रेजेंट करता डिस्प्लेसमेंट में। कैलकुलेट कर लो एरिया अंडर वेलोसिटी टाइम ग्राफ की होता फॉर्मूला ये सारे पता ठीक है की है, ये सारे चंगी तरह जानते हैं। एक ही बन गया अपने को एक रेक्टेंगल बन गई ते रेक्टेंगल दा एरिया सारे पता की होता रेक्टेंगल एरिया लेंथ इनटू ब्रेडथ। कोई भी कंसीडर कर लो आ लेंथ आ इसकी ब्रेडथ होगी क्योंकि आ दोनों साइड सेम आ ते आ दोनों साइड की है सेम आ। की सीगा फॉर्मूला एरिया ऑफ रेक्टेंगल इक्वल टू लेंथ इनटू ब्रेडथ AB इनटू ब्रेडथ कितनी है BD। वैल्यू पुट कर दो AB कितना वा वेलोसिटी V, BD कितना वा देखो BD इक्वल टू T2 माइनस T1। हुण वेलोसिटी दी वैल्यू आपां नूं सारिआं नूं पता की हुंदी है वेलोसिटी
velocity equal to displacement over time, displacement final minus initial position x2 minus x1, time interval t2 minus t1। ਆ ਵਾਲੀ ਜਿਹੜੀ velocity ਦੀ ਵੈਲਿਊ ਆਪਾਂ ਇਸ ਪੁਆਇੰਟ ਦੇ ਉੱਤੇ ਪੁੱਟ ਕਰ ਦਾਂਗੇ। ਇਸ ਦੇ ਵਿੱਚ ਕਿੰਨੀਆਂ ਦੇਖੋ x2 minus x1 over t2 minus t1 into ਕੀ ਸੀਗਾ t2 minus t1, t2 minus t1 कैंसिल हो गए, कितना बच गया अपने को x2 minus x1। और देखो यही शो करना जी ਆਪਾਂ ਕਿ ਜਿਹੜਾ velocity time graph ਦੇ ਅੰਡਰ ਏਰੀਆ ਵਾ ਉਹ ਰਿਪਰੈਜ਼ੈਂਟ ਕਰਦਾ ਆਪਾਂ ਨੂੰ displacement x2 minus x1। ਨੈਕਸਟ ਹੁਣ ਆਪਣਾ ਟੌਪਿਕ ਆ, ਉਹ ਟੌਪਿਕ ਆ ਆਪਣੇ ਕੋਲ ਐਕਸਲਰੇਸ਼ਨ। ਹੁਣ ਐਕਸਲਰੇਸ਼ਨ ਕੀ ਹੁੰਦੀ ਆ, ਦੇਖੋ ਆਪਾਂ ਕਈ ਵਾਰ ਬੱਸ ਦੇ ਵਿੱਚ ਟਰੈਵਲ ਕਰਦੇ ਆ, ਕਾਰ ਦੇ ਵਿੱਚ ਟਰੈਵਲ ਕਰਦੇ ਆ, ਬਾਈਕ ਚਲਾਉਂਦੇ ਆ, ਆਪਾਂ ਕੀ ਨੋਟ ਕਰਦੇ ਆ ਕਿ ਸਪੀਡ ਵੱਧਦੀ ਘਟਦੀ ਰਹਿੰਦੀ ਹੈ। ਕਈ ਵਾਰ ਵੈਲੋਸਿਟੀ ਵਧ ਜਾਂਦੀ ਹੈ, ਕਈ ਵਾਰ ਵੈਲੋਸਿਟੀ ਘਟ ਜਾਂਦੀ ਹੈ। ਹੁਣ ਜੇ ਤਾਂ ਵੈਲੋਸਿਟੀ ਵਧੀ ਜਾਂਦੀ ਹੈ, ਜੇ ਵੈਲੋਸਿਟੀ ਵਧੀ ਜਾਂਦੀ ਆ ਇਹਦਾ ਮਤਲਬ ਉਹ ਬੋਡੀ ਕੀ ਹੁੰਦੀ ਪਈ ਆ ਜਾਂ ਆਬਜੈਕਟ ਕੀ ਹੁੰਦਾ ਪਿਆ, ਐਕਸਲਰੇਟ ਹੁੰਦਾ ਪਿਆ। ਮਤਲਬ ਜੇ ਟਾਈਮ ਦੇ ਨਾਲ ਕਿਸੇ ਵੀ ਆਬਜੈਕਟ ਦੀ ਵੈਲੋਸਿਟੀ ਚੇਂਜ ਹੁੰਦੀ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਐਕਸਲਰੇਸ਼ਨ। ਐਕਸਲਰੇਸ਼ਨ, ਐਕਸਲਰੇਸ਼ਨ ਕੀ ਕਹਿੰਦੇ ਆ ਆਪਾਂ, rate of change of velocity with time is equal to acceleration। ਹੁਣ ਦੇਖੋ acceleration equal ਹੁੰਦਾ ਵਾ change in velocity, change in velocity over time taken, ਉਸ ਨੂੰ ਆਪਾਂ ਨਾਮ ਦੇ ਦਿੰਦੇ ਆ acceleration ਦਾ। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਡਿਨੋਟ ਕਰ ਲੈਂਦੇ ਆ, change in velocity ਸਪੋਜ਼ ਕਰ ਲਓ final velocity v ਸੀ, इनिशियल u ਆ, टाइम ਕੀ ਆ ਆਪਣੇ ਕੋਲ t। ਤੇ ਇਸ ਤਰ੍ਹਾਂ ਵੀ ਆਪਾਂ ਇਸ ਨੂੰ ਲਿਖ ਲੈਂਦੇ ਆ ਚੇਂਜ ਇਨ ਵੈਲੋਸਿਟੀ ਓਵਰ ਚੇਂਜ ਇਨ ਟਾਈਮ। ਇਸ ਨੂੰ ਆਪਾਂ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ। ਐਕਸਲਰੇਸ਼ਨ ਇਕੁਅਲ ਹੋ ਗਿਆ dv dt, ਰੇਟ ਆਫ ਚੇਂਜ ਆਫ ਵੈਲੋਸਿਟੀ। ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਐਕਸਲਰੇਸ਼ਨ। ਇਹਦੇ ਯੂਨਿਟ ਦੇਖੋ ਕੀ ਬਣਨਗੇ ਆਪਣੇ ਕੋਲ, ਵੈਲੋਸਿਟੀ ਦੇ ਹੁੰਦੇ ਆ ਮੀਟਰ पर सेकंड, टाइम दे सारे नु पता सेकंड, सेकंड ऊपर जाके इनवर्स बन गया भी मीटर सेकंड दी पावर -2। एक ही हो जाएंगे एक्सेलरेशन दे यूनिट। ठीक है, जे ता स्पीड या वेलोसिटी ਵਧਦੀ ਪਈ ਹੈ ਉਸ ਨੂੰ ਆਪਾਂ ਕੀ ਕਹਿੰਦੇ ਨੇ ਟਾਈਮ ਦੇ ਨਾਲ। ਜੇ ਸਪੀਡ ਵਧਦੀ ਪਈ ਹੈ, ਵੈਲੋਸਿਟੀ ਇਨਕਰੀਜ਼ ਹੁੰਦੀ ਪਈ ਹੈ, ਉਸ ਨੂੰ ਐਕਸਲਰੇਸ਼ਨ ਕਹਿੰਦੇ ਆ। ਜੇ ਟਾਈਮ ਦੇ ਨਾਲ ਸਪੀਡ ਆ ਜਾਂ ਵੈਲੋਸਿਟੀ ਜਿਹੜੀ ਡਿਕਰੀਜ਼ ਹੋਵੇ, ਜੇ डिक्रीज होवे उस ਨੂੰ ਆਪਾਂ ਕਹਿ ਦਿੰਦੇ ਆ ਰਿਟਾਰਡੇਸ਼ਨ। ਰਿਟਾਰਡੇਸ਼ਨ ਜਾਂ ਡੀ-ਐਕਸਲਰੇਸ਼ਨ ਵੀ ਬੋਲ ਦਿੰਦੇ ਆਪਾਂ ਨੂੰ, ਜੇ ਵੈਲੋਸਿਟੀ ਕੀ ਹੁੰਦੀ ਪਈ ਆ, ਡਿਕਰੀਜ਼ ਹੁੰਦੀ ਪਈ ਆ। ਤਾਂ ਇਹ ਸੀ ਆਪਣੇ ਕੋਲ ਕਨਸੈਪਟ ਐਕਸਲਰੇਸ਼ਨ ਦਾ। ਇੱਕ ਹੁੰਦੀ ਹੈ ਯੂਨੀਫਾਰਮ ਐਕਸਲਰੇਸ਼ਨ, ਨॉन ਯੂਨੀਫਾਰਮ। ਯੂਨੀਫਾਰਮ ਐਕਸਲਰੇਸ਼ਨ ਕਿਹੜੀ ਹੋਊਗੀ, ਸਿੰਪਲ ਆ, ਜੇ ਇਕੁਅਲ ਟਾਈਮ ਦੇ ਵਿੱਚ ਵੈਲੋਸਿਟੀ ਦੇ ਵਿੱਚ ਜਿਹੜੀ ਚੇਂਜ ਆ ਇਕੁਅਲ ਹੋਵੇ ਉਸ ਨੂੰ ਆਪਾਂ ਕੀ ਕਹਾਂਗੇ, ਯੂਨੀਫਾਰਮ ਐਕਸਲਰੇਸ਼ਨ। ਜੇ ਇਕੁਅਲ ਟਾਈਮ ਦੇ ਵਿੱਚ ਵੈਲੋਸਿਟੀ ਜਿਹੜੀ ਆ ਉਹ ਚੇਂਜ ਇਕੁਅਲ ਨਾ ਹੋਵੇ, ਠੀਕ ਹੈ, ਹਰੇਕ ਵਾਰ ਡਿਫਰੈਂਟ ਹੋਵੇ ਵੈਲੋਸਿਟੀ ਇਕੁਅਲ ਟਾਈਮ ਦੇ ਵਿੱਚ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਨॉन ਯੂਨੀਫਾਰਮ ਐਕਸਲਰੇਸ਼ਨ। ਹੁਣ ਆਪਾਂ ਇਸੇ ਤਰ੍ਹਾਂ ਇਹਦਾ ਗ੍ਰਾਫ ਪਲਾਟ ਕਰਾਂਗੇ ਯੂਨੀਫਾਰਮ ਐਕਸਲਰੇਸ਼ਨ ਦੇ ਲਈ। ਜਿਹੜਾ ਫਸਟ ਗ੍ਰਾਫ ਸੀਗਾ ਉਹ ਸੀਗਾ ਆਪਣੇ ਕੋਲ ਇਸ ਤੋਂ ਪਹਿਲਾਂ ਵਾਲਾ velocity time graph, velocity time graph for ਉਹ ਯੂਨੀਫਾਰਮ ਮੋਸ਼ਨ ਦੇ ਲਈ ਸੀ। ਧਿਆਨ ਰੱਖਣਾ, ਹੁਣ ਆਪਾਂ ਕਰਨਾ ਵਾ ਯੂਨੀਫਾਰਮ ਐਕਸਲਰੇਸ਼ਨ ਦੇ ਲਈ, ਯੂਨੀਫਾਰਮ ਐਕਸਲਰੇਟਡ ਮੋਸ਼ਨ। ਹੁਣ ਜੋ ਆਪਾਂ ਗ੍ਰਾਫ ਕਰਨ ਲੱਗੇ ਆ ਯੂਨੀਫਾਰਮ एक्सेलरेटेड मोशन ਦੇ ਲਈ ਕਰਨਾ ਆਪਾਂ velocity time graph। ਇਸ ਸਾਈਡ ਆਪਣੇ ਕੋਲ ਟਾਈਮ ਐਕਸਿਸ, ਇਸ ਸਾਈਡ ਆਪਣੇ ਕੋਲ velocity ਹੈ। ਹੁਣ ਦੇਖੋ ਆਪਾਂ ਯੂਨੀਫਾਰਮ ਐਕਸਲਰੇਸ਼ਨ ਦੀ ਗੱਲ ਕਰਦੇ ਪਏ ਆ, ਆਪਾਂ ਹੁਣੀ ਡੈਫੀਨੇਸ਼ਨ ਕੀਤੀ ਆ। ਐਕਸਲਰੇਸ਼ਨ ਕੀ ਸੀਗਾ ਆਪਣੇ ਕੋਲ, ਚੇਂਜ ਇਨ velocity ਓਵਰ ਟਾਈਮ। ਹੁਣ ਦੇਖੋ ਯੂਨੀਫਾਰਮ ਆਪਾਂ ਕੀ ਕਿਹਾ ਸੀਗਾ, ਕਦੋਂ
ਜਦੋਂ ਇਕੁਅਲ ਟਾਈਮ ਦੇ ਵਿੱਚ ਹਰੇਕ ਵਾਰ ਜਿਹੜੀ ਚੇਂਜ ਆ ਉਹ ਕੀ ਹੋਗੀ ਵੈਲੋਸਿਟੀ ਦੇ ਵਿੱਚ ਸੇਮ ਹੋਊਗੀ। ਜੇ ਦੇਖੋ ਹਰੇਕ ਵਾਰ ਚੇਂਜ ਇਨ ਵੈਲੋਸਿਟੀ ਸੇਮ ਹੁੰਦੀ ਪਈ ਆ ਇਕੁਅਲ ਟਾਈਮ ਦੇ ਵਿੱਚ, ਐਕਸਲਰੇਸ਼ਨ ਆਪਣੇ ਕੋਲ ਕੀ ਆ ਕਾਂਸਟੈਂਟ ਆਊਗੀ, ਉਸ ਨੂੰ ਆਪਾਂ ਯੂਨੀਫਾਰਮ ਐਕਸਲਰੇਸ਼ਨ ਬੋਲ ਦਿੰਦੇ ਆ। ਹੁਣ ਦੇਖੋ ਗ੍ਰਾਫ ਫਿਰ ਸਟ੍ਰੇਟ ਲਾਈਨ ਹੀ ਬਣੂਗਾ ਕਿਉਂਕਿ ਹਰੇਕ ਟਾਈਮ ਇੰਟਰਵਲ ਦੇ ਵਿੱਚ ਜਿਹੜੀ ਚੇਂਜ ਹੁੰਦੀ ਪਈ ਆ ਉਹ ਚੇਂਜ ਕੀ ਆ ਸੇਮ ਆ। ਜਦੋਂ ਵੀ ਇਕੁਅਲ ਟਾਈਮ ਇੰਟਰਵਲ ਦੇ ਵਿੱਚ ਚਾਹੇ ਵੈਲੋਸਿਟੀ ਆ ਚਾਹੇ ਪੋਜੀਸ਼ਨ ਉਹਦੇ ਚ ਚੇਂਜ ਸੇਮ ਹੋਵੇ, ਉਸ ਵੇਲੇ ਆਪਣੇ ਕੋਲ ਹਮੇਸ਼ਾ ਗ੍ਰਾਫ ਆ ਜਿਹੜਾ ਇਸ ਤਰ੍ਹਾਂ ਸਟ੍ਰੇਟ ਲਾਈਨ ਬਣਦਾ। ਠੀਕ ਹੈ, ਇਹਦਾ ਮਤਲਬ ਵੈਲੋਸਿਟੀ ਟਾਈਮ ਗ੍ਰਾਫ ਆ ਜਿਹੜਾ ਉਹ ਯੂਨੀਫਾਰਮ ਐਕਸਲਰੇਸ਼ਨ ਦੇ ਲਈ ਕੀ ਹੋਊਗਾ ਆਪਣੇ ਕੋਲ ਇਸ ਤਰ੍ਹਾਂ ਦੀ ਸਟ੍ਰੇਟ ਲਾਈਨ। ਸਪੋਜ਼ ਕਰ ਲਓ t1 ਟਾਈਮ ਦੇ ਉੱਤੇ ਜਿਹੜੀ ਆਪਣੇ ਕੋਲ ਵੈਲੋਸਿਟੀ ਆ ਉਹ ਆਪਾਂ ਸਪੋਜ਼ ਕਰ ਲਈ u। ਇਸੇ ਤਰ੍ਹਾਂ t2 ਟਾਈਮ ਦੇ ਉੱਤੇ ਜਿਹੜੀ ਆਪਣੇ ਕੋਲ ਵੈਲੋਸਿਟੀ ਹੋਊਗੀ ਉਹ ਕਿੰਨੀ ਹੋਊਗੀ, ਆਪਾਂ ਸਪੋਜ਼ ਕਰ ਲਈ ਉਹਦੇ ਉੱਤੇ ਆਪਣੇ ਕੋਲ ਵੈਲੋਸਿਟੀ ਕਿੰਨੀ ਹੈ v। t1 ਟਾਈਮ ਦੇ ਉੱਤੇ ਵੈਲੋਸਿਟੀ u ਆ, ਇਸ ਨੂੰ ਆਪਾਂ a ਪੁਆਇੰਟ ਦਾ ਨਾਮ ਦੇਤਾ। t2 ਟਾਈਮ ਦੇ ਉੱਤੇ ਵੈਲੋਸਿਟੀ ਕਿੰਨੀ ਹੈ v, ਇਸ ਨੂੰ ਆਪਾਂ ਨਾਮ ਦੇਤਾ b ਦਾ। ਹੁਣ ਦੇਖੋ ਉਸੇ ਤਰ੍ਹਾਂ ਆਪਾਂ ਫਾਈਂਡ ਕਰਾਂਗੇ ਚੇਂਜ y ਦੇ ਲੌਂਗ ਕਿੰਨੀ ਹੈ ਤੇ x ਦੇ ਲੌਂਗ ਕਿੰਨੀ ਹੈ। ਇਸ ਪੁਆਇੰਟ ਨੂੰ ਆਪਾਂ c ਦਾ ਨਾਮ ਦੇਤਾ। ਐਕਸਲਰੇਸ਼ਨ a ਦੇ ਨਾਲ ਡਿਨੋਟ ਕਰਦੇ ਆ, ਕੀ ਸੀ ਐਕਸਲਰੇਸ਼ਨ ਦੀ ਵੈਲਿਊ final minus initial change in velocity over change in time, t2 minus t1 final minus initial time। और देखो v minus u कितना अपने को bc ਦੇ ਇਕੁਅਲ ਆ ਜਿਹੜੀ ਵੈਲਿਊ ਕਿੰਨੀ ਹੈ ਚੇਂਜ ਇਨ ਵੈਲੋਸਿਟੀ ਆ ਸਾਰੀ ਆ। ਠੀਕ ਹੈ, v ਤੋਂ ਲੈ ਕੇ c ਤੱਕ ਜਿਹੜੀ ਵੈਲੋਸਿਟੀ ਚੇਂਜ ਹੋਈ ਆ ਉਹ ਕਿੰਨੀ ਹੈ ਫਾਈਨਲ ਮਾਈਨਸ ਇਨੀਸ਼ੀਅਲ ਵੈਲਿਊ v minus u। ਤੇ ਟਾਈਮ ਦੇ ਵਿੱਚ ਜੋ ਚੇਂਜ ਹੋਇਆ ਵਾ AC ਆ, ਇਹ ਕਿੰਨਾ ਵਾ ਫਾਈਨਲ ਮਾਈਨਸ ਇਨੀਸ਼ੀਅਲ ਟਾਈਮ t2 ਮਾਈਨਸ t1। ਦੇਖੋ v minus u bc ਆ ਗਿਆ, ਫਿਰ ਆਪਣੇ ਕੋਲ t2 ਮਾਈਨਸ t1 ਕਿੰਨਾ ਆ ਗਿਆ AC। ਚੇਂਜ ਇਨ ਵੈਲੋਸਿਟੀ ਮਤਲਬ y ਐਕਸਿਸ ਦੇ ਲੌਂਗ ਕਿੰਨੀ ਚੇਂਜ ਹੋਊਗਾ x ਐਕਸਿਸ ਦੇ ਲੌਂਗ। ਇਹ ਆਪਾਂ ਨੂੰ ਕੀ ਰਿਪਰੈਜ਼ੈਂਟ ਕਰਦਾ ਵਾ slope of velocity time graph for uniform accelerated motion। ਜਿਹੜਾ slope ਆ ਹਮੇਸ਼ਾ tan ਦੇ ਇਕੁਅਲ ਹੁੰਦਾ। ਠੀਕ ਹੈ, ਦੇਖੋ ਕਿ ਇਸ ਤਰ੍ਹਾਂ ਕਿਉਂਕਿ ਆ ਦੇਖੋ ਥੀਟਾ ਵਾ, ਆ ਸਪੋਜ਼ ਕਰ ਲਓ ਥੀਟਾ ਵਾ, ਆਪਣੇ ਕੋਲ ਟ੍ਰਾਇੰਗਲ ਬਣ ਗਈ ਪਰਪੈਂਡੀਕੁਲਰ ਬੇਸ ਹਾਈਪੋਟੇਨਿਊਜ਼। BC ਕੀ ਆਪਣੇ ਕੋਲ ਪਰਪੈਂਡੀਕੁਲਰ, AC ਕੀ ਆਪਣੇ ਕੋਲ हाइपोटेन्यूज, परपेंडिकुलर ओवर बेस की बन गया tan बन गया। ਇਹਦਾ ਮਤਲਬ ਜਦੋਂ ਵੀ ਆਪਾਂ ਸਲੋਪ ਦੀ ਗੱਲ ਕਰਦੇ ਆ ਉਹ ਸਲੋਪ ਹਮੇਸ਼ਾ tan ਥੀਟਾ ਦੇ ਇਕੁਅਲ ਹੋਊਗਾ। ਅਗਰ ਕੋਈ ਵੀ ਤੁਹਾਨੂੰ ਡਾਊਟ ਆ ਉਹ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਆ। ਥੈਂਕ